ਸਾਡੇ ਕੋਲ ਇੱਕ ਬਹੁਭੁਜ ਹੈ। ਆਓ ਅਸੀਂ ਦੇਖਦੇ ਹਾਂ ਇਸ ਦੀਆਂ ਕਿੰਨੀਆਂ ਭੁਜਾਵਾਂ ਨੇ। 1 2 3 4 ਤੇ 5। ਇਸ ਵਿੱਚ ਕੀ ਕਰਨਾ ਅਸੀਂ ਕਿ ਇਸ ਦੇ ਬਾਹਰੀ ਕੋਣਾਂ ਬਾਰੇ ਅਸੀਂ ਸਮਝਾਂਗੇ ਕਿ ਇਸ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ। ਤਾਂ ਆਓ ਅਸੀਂ ਇਸ ਦੇ ਬਾਹਰੀ ਕੋਣਾਂ ਦਾ ਮਾਪ ਦੇਖਦੇ ਹਾਂ। ਇਸ ਦਾ ਇਹ ਕੋਣ A ਆ, ਇਹ ਕੋਣ B, ਇਹ ਕੋਣ C, ਇਹ ਕੋਣ D ਔਰ ਇਹ ਕੋਣ E ਆ। ਚਲੋ ਅਸੀਂ ਦੇਖਦੇ ਹਾਂ। ਬਿਲਕੁਲ ਇਸੇ ਤਰੀਕੇ ਦਾ ਹੀ ਜਿਵੇਂ ਇਹ ਕੋਣ A ਆ ਤਾਂ ਇੱਦਾਂ ਦਾ ਇੱਕ ਹੋਰ ਮੈਂ ਕੋਣ ਬਣਾਉਣਾ। ਇਹ ਰੇਖਾ ਬਿਲਕੁਲ ਇਹਦੇ ਇੱਕ ਸਮਾਂਤਰ ਇੱਥੇ ਰੇਖਾ ਲੈਣਾ ਇਹ ਅਤੇ ਇਹ ਇੱਥੇ ਕੋਣ A ਹੋ ਗਿਆ, ਯਾਨੀ ਕਿ ਇਹ ਵਾਲਾ ਕੋਣ ਜੋ ਹੋ ਗਿਆ ਇਹ ਕੋਣ A। ਚਲੋ ਅੱਗੇ ਅਸੀਂ ਵੱਧਦੇ ਹਾਂ। ਇਹ ਕੋਣ B ਹੈ। ਮੈਂ ਕੀ ਕਰਦਾ ਕਿ ਇਸ ਜਗ੍ਹਾ 'ਤੇ ਇੱਕ ਬਿਲਕੁਲ ਇਸ ਰੇਖਾ ਦੇ ਸਮਾਂਤਰ ਇੱਕ ਹੋਰ ਰੇਖਾ ਲੈ ਲੈਣਾ। ਇਸ ਬਿੰਦੂ ਤੋਂ ਇੱਕ ਹੋਰ ਮੈਂ ਸਮਾਂਤਰ ਰੇਖਾ ਲੈ ਲਈ। ਇਸ 'ਤੇ ਸਮਾਂਤਰ ਹੈ ਤਾਂ ਕੀ ਹੋਇਆ, ਜੇਕਰ ਇਹ ਕੋਣ B ਹੈ ਤਾਂ ਇਹ ਵਾਲਾ ਕੋਣ ਵੀ ਕੀ ਹੋਏਗਾ B। ਇਹ ਕਿਉਂ ਹੋਏਗਾ? ਕਿਉਂਕਿ ਜੋ ਇਹ ਰੇਖਾ ਇਸ ਦੇ ਸਮਾਨਾਂਤਰ ਹੈ ਤਾਂ ਇਹ ਦੋਵੇਂ ਕੋਣ ਸੰਗਤ ਕੋਣ ਹੋਣਗੇ ਅਤੇ ਇਸ ਲਈ ਬਰਾਬਰ ਹੋਣਗੇ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਹ ਕੋਣ C ਆ ਤਾਂ ਕੀ ਕਰਦਾ ਮੈਂ ਇਸ ਦੇ ਬਿਲਕੁਲ ਸਮਾਨਾਂਤਰ ਇੱਕ ਹੋਰ ਰੇਖਾ ਬਣਾਉਣਾ। ਇਸ ਬਿੰਦੂ ਤੋਂ ਬਿਲਕੁਲ ਉਸ ਦੇ ਸਮਾਨਾਂਤਰ ਤਾਂ ਕੀ ਹੋਏਗਾ ਫਿਰ ਇਹ ਵਾਲਾ ਕੋਣ ਕੀ ਹੋਏਗਾ C। ਤਾਂ ਕੀ ਕਰਦਾ ਮੈਂ ਕਿ ਇਸ ਦੇ ਸਮਾਨਾਂਤਰ ਇੱਕ ਹੋਰ ਰੇਖਾ ਇਸ ਜਗ੍ਹਾ 'ਤੇ ਵੀ ਬਣਾਉਣਾ। ਤਾਂ ਆਓ ਦੇਖਦੇ ਹਾਂ ਫਿਰ ਇਹ ਬਿਲਕੁਲ ਇਸ 'ਤੇ ਸਮਾਨਾਂਤਰ ਹੋ ਗਈ ਤਾਂ ਕੀ ਹੋਇਆ ਫਿਰ ਜੇਕਰ ਇਹ ਕੋਣ C ਹੈ ਤਾਂ ਫਿਰ ਕੀ ਹੋਏਗਾ ਇਹ ਜੋ ਕੋਣ ਹੈ ਇਹ ਵੀ ਕੀ ਹੋਏਗਾ C, ਕਿਉਂਕਿ ਇਹ ਦੋ ਰੇਖਾਵਾਂ ਸਮਾਨਾਂਤਰ ਹਨ ਔਰ ਇਹ ਰੇਖਾ ਇਸ ਨੂੰ ਕੱਟ ਰਹੀ ਹੈ ਤਾਂ ਇਹ ਦੋਨੋਂ ਕੋਣ ਸੰਗਤ ਕੋਣ ਹੋਣਗੇ। ਇਸ ਤਰੀਕੇ ਦੇ ਨਾਲ ਇਹ ਕੋਣ ਹੋਇਆ C। ਔਰ ਇਸੇ ਤਰੀਕੇ ਦੇ ਨਾਲ ਇਹ ਵਾਲੀ ਜੋ ਮੇਰੇ ਕੋਲ ਨਾਲ ਇੱਕ ਰੀਤੀ ਹੈ ਇਹਦੇ ਵਿੱਚ ਇਹ ਕੋਣ ਬਣਾਇਆ B, ਇਹ ਕੋਣ ਇੱਥੇ B ਸੀ ਤਾਂ ਇਸ ਦੇ ਸਮਾਨਾਂਤਰ ਮੈਂ ਇੱਕ ਕੋਣ B ਬਣਾ ਲੈਣਾ। ਇਹ ਕੋਣ ਕੀ ਹੋ ਗਿਆ B ਔਰ ਇਸ ਦੇ ਸਮਾਨਾਂਤਰ ਇੱਕ ਹੋਰ ਅਸੀਂ ਭੁਜਾ ਬਣਾ ਲੈਂਦੇ, ਯਾਨੀ ਕਿ ਇਹ ਭੁਜਾ ਇੱਥੇ ਇਹ ਕੋਣ ਕਿਸ ਨੂੰ ਕਰੇਗੀ C ਨੂੰ ਦਰਸਾਏਗੀ। ਇਸ ਤਰੀਕੇ ਦੇ ਨਾਲ ਸਾਡੇ ਕੋਲ ਇਹ ਕੋਣ ਆ ਗਿਆ ਸਾਡੇ ਕੋਲ B ਔਰ ਇਹ ਕੋਣ ਆ ਗਿਆ ਸਾਡੇ ਕੋਲ C। ਹੁਣ ਅਸੀਂ ਅਗਲੇ ਕੋਣਾਂ ਵੱਲ ਵੱਧਦੇ ਹਾਂ। ਸਾਡੇ ਕੋਲ ਨੈਕਸਟ ਕੋਣ ਹੈ D, ਯਾਨੀ ਕਿ ਇਹ ਵਾਲਾ ਕੋਣ D ਹੈ ਤਾਂ ਕੀ ਕਰਦੇ ਹਾਂ ਅਸੀਂ ਇਸ ਦੇ ਸਮਾਨਾਂਤਰ ਅਸੀਂ ਰੇਖਾ ਬਣਾਉਂਦੇ ਹਾਂ। ਰੇਖਾ ਖਿੱਚਦੇ ਹਾਂ। ਕੀ ਹੈ ਇੱਥੋਂ ਇੱਕ ਸਮਾਨਾਂਤਰ ਹੈ। ਜੇ ਇਹ D ਕੋਣ ਹੈ ਤਾਂ ਇਹ ਵੀ D ਹੋਏਗਾ। ਇਸ ਦੇ ਬਿਲਕੁਲ ਸਮਾਨਾਂਤਰ ਇਸ ਜਗ੍ਹਾ 'ਤੇ ਮੈਂ ਰੇਖਾ ਬਣਾਉਣਾ। ਇਹ ਹੋ ਗਈ। ਜੇਕਰ ਇਹ ਕੋਣ ਹੁਣ D ਆ, ਇਹ ਸਾਰਾ ਕੋਣ D ਹੈ ਤਾਂ ਇਹ ਸਾਰਾ ਕੋਣ ਵੀ ਕੀ ਹੋਏਗਾ D। ਅਤੇ ਇਸ ਤਰੀਕੇ ਨਾਲ ਬਿਲਕੁਲ ਇਹਦੇ ਸਮਾਨਾਂਤਰ ਅਸੀਂ ਇੱਕ ਰੇਖਾ ਇੱਥੇ ਵੀ ਬਣਾਉਂਦੇ ਹਾਂ। ਕੀ ਹੋਇਆ ਤਾਂ ਇਹ ਕੋਣ ਵੀ ਜਿਹੜਾ ਹੋਏਗਾ ਸਾਡੇ ਕੋਲ ਇਹ ਕੋਣ ਵੀ ਕੀ ਬਣੇਗਾ D। ਇਹ ਕੋਣ ਸਾਡੇ ਕੋਲ ਆ ਗਿਆ D। ਕਿਵੇਂ ਹੋਇਆ? ਇਹ ਦੋ ਸਮਾਨਾਂਤਰ ਰੇਖਾਵਾਂ ਔਰ ਇਹ ਦੋਨੋਂ ਸੰਗਤ ਕੋਣ ਹੋਣਗੇ। ਇਹ ਰੇਖਾ ਕੱਟਦੀ ਇਹ D ਹੈ, ਇਹ ਵੀ D ਹੈ। ਉਸ ਤੋਂ ਬਾਅਦ ਅਸੀਂ ਕੀ ਕੀਤਾ C ਤੇ ਇਹ ਵਾਲਾ ਆਪਾਂ ਇੱਕ ਰੇਖਾ ਬਣਾਈ ਹੈ। ਇਸ ਦੇ ਬਿਲਕੁਲ ਸਮਾਨਾਂਤਰ ਅਸੀਂ B ਤੇ ਇੱਕ ਰੇਖਾ ਬਣਾਈ ਹੈ। ਜੇ ਇਹ ਵਾਲਾ ਕੋਣ D ਹੈ ਤਾਂ ਇਹ ਸਾਰਾ ਕੋਣ ਵੀ ਕੀ ਹੋਏਗਾ D ਹੋਏਗਾ। ਇਸੇ ਤਰੀਕੇ ਨਾਲ ਅਸੀਂ ਹੁਣ ਇਹਦੇ ਸਮਾਨਾਂਤਰ ਇਹ ਰੇਖਾ ਬਣਾਈ ਹੈ ਤਾਂ ਇਹ ਕੋਣ ਸਾਡੇ ਕੋਲ D ਹੋ ਗਿਆ। D ਕੋਣ ਹੁਣ ਇਸ ਜਗ੍ਹਾ 'ਤੇ ਵੀ ਅਸੀਂ ਬਣਾਉਂਦੇ ਹਾਂ। ਇਸ ਦੇ ਬਿਲਕੁਲ ਇੱਕ ਸਮਾਨਾਂਤਰ ਰੇਖਾ ਬਣਾਉਂਦੇ ਹਾਂ। ਇਸ ਦੇ ਸਮਾਨਾਂਤਰ ਹੋ ਗਈ, ਯਾਨੀ ਕਿ ਇਹ ਵਾਲਾ ਕੋਣ ਸਾਡੇ ਕੋਲ ਕੀ ਆ ਗਿਆ ਇਹ ਆ ਗਿਆ ਸਾਡੇ ਕੋਲ D। ਔਰ ਹੁਣ ਅਸੀਂ ਆਖਰੀ ਕੋਣ ਦੀ ਗੱਲ ਕਰਦੇ ਹਾਂ। ਸਾਡੇ ਕੋਲ ਆਖਰੀ ਕੋਣ ਕੀ ਹੈ E। ਇਹਦੇ ਵਿੱਚ ਕੀ ਹੈਗਾ ਕਿ ਇਹ ਦੋ ਰੇਖਾਵਾਂ ਆਪਸ ਵਿੱਚ ਸਮਾਨਾਂਤਰ ਹਨ। ਇਹ ਤੀਸਰੀ ਰੇਖਾ ਇਸ ਨੂੰ ਕੱਟ ਰਹੀ ਹੈ ਤਾਂ ਜੇਕਰ ਇਹ ਕੋਣ E ਹੈ ਤਾਂ ਇਹ ਵਾਲਾ ਕੋਣ ਵੀ ਕੀ E ਹੋਏਗਾ। ਭਾਵ ਤਾਂ ਇਹ ਦੋਵੇਂ ਕੋਣ ਸੰਗਤ ਕੋਣ ਹੋਣਗੇ। ਤਾਂ ਅਸੀਂ ਦੇਖਦੇ ਹਾਂ ਕਿ ਜੋ ਬਾਕੀ ਕੋਣ ਬਚਿਆ D ਤੇ E ਦੇ ਦਰਮਿਆਨ ਤਾਂ ਉਹ ਇਸ ਜਗ੍ਹਾ 'ਤੇ ਵੀ ਕੀ ਹੋਏਗਾ ਫਿਰ ਇਹ ਵਾਲਾ ਕੋਣ E ਹੈ, ਕਿਉਂਕਿ ਇਹ ਰੇਖਾ ਔਰ ਇਹ ਰੇਖਾ ਦੋਨੋਂ ਸਮਾਨਾਂਤਰ ਹਨ। ਤਾਂ ਹੁਣ ਸਾਡੇ ਕੋਲ ਕੀ ਹੋਇਆ ਕਿ ਇੱਕ ਹੀ ਬਿੰਦੂ ਦੇ ਆਸ-ਪਾਸ ਸਾਰੇ ਕੋਣ ਸਾਡੇ ਕੋਲ ਆ ਗਏ। ਅਸੀਂ ਕਰਕੇ ਦੇਖੀਏ ਇੱਥੋਂ ਕੋਣ ਸ਼ੁਰੂ ਹੋਇਆ ਹੁਣੇ ਔਰ ਇਹ A E D C B ਤੋਂ ਗੁਜ਼ਰਦਾ ਹੋਇਆ ਸਾਡੇ ਕੋਲ ਵਾਪਸ ਉਸੇ ਹੀ ਬਿੰਦੂ 'ਤੇ ਪਹੁੰਚ ਗਿਆ, ਉਸੇ ਹੀ ਰੇਖਾ 'ਤੇ ਪਹੁੰਚ ਗਿਆ, ਯਾਨੀ ਕਿ ਕੋਣ ਬਿਲਕੁਲ ਪੂਰਾ 360 ਡਿਗਰੀ ਘੁੰਮ ਕੇ ਉਸੇ ਜਗ੍ਹਾ 'ਤੇ ਪਹੁੰਚ ਗਿਆ। ਤਾਂ ਕੀ ਹੋਏਗਾ ਫਿਰ ਇਸ ਕੋਣ A ਜੋੜ B ਜੋੜ C ਜੋੜ D ਜੋੜ E ਕਿਸ ਦੇ ਬਰਾਬਰ ਹੋਏਗਾ 360
60 ਡਿਗਰੀ। ਤਾਂ ਇਸ ਤਰੀਕੇ ਨਾਲ ਅਸੀਂ ਇਹ ਸਮਝ ਸਕਦੇ ਹਾਂ ਕਿ ਕਿਸੇ ਵੀ ਉੱਤਲ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ 360 ਹੁੰਦਾ ਹੈ। ਹੁਣ ਇਸ ਜਗ੍ਹਾ 'ਤੇ ਇੱਕ ਹੋਰ ਜੋ ਮੈਂ ਸ਼ਬਦ ਹੁਣ ਯੂਜ਼ ਕੀਤਾ ਹੈ ਕਿ ਉੱਤਲ, ਇਹ ਨਵਾਂ ਸ਼ਬਦ ਹੋ ਸਕਦਾ ਹੈ। ਉੱਤਲ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ 360 ਹੁੰਦਾ ਔਰ ਦੂਸਰਾ ਕੋਈ ਬਹੁਭੁਜ ਹੈ ਜਿਸ ਦੇ ਬਾਹਰੀ ਕੋਣਾਂ ਦਾ ਜੋੜ ਕੀ ਉਹ 360 ਹੋਏਗਾ। ਚਲੋ ਅਸੀਂ ਦੇਖਦੇ ਹਾਂ ਕਿ ਉੱਤਲ ਬਹੁਭੁਜ ਕੀ ਹੈ। ਮੈਂ ਇੱਕ ਬਹੁਭੁਜ ਬਣਾਉਣਾ, ਇੱਕ ਭੁਜਾ, ਦੋ ਭੁਜਾ, 3 4 5 ਤੇ 6। ਇਹ ਸਾਡੇ ਕੋਲ ਕੀ ਆ ਗਿਆ, ਉੱਤਲ ਬਹੁਭੁਜ। ਅਜਿਹਾ ਇਸ ਨੂੰ ਕਿਉਂ ਕਹਿੰਦੇ ਆ ਕਿ ਇਸ ਦੇ ਜੋ ਸਾਰੇ ਦੇ ਸਾਰੇ ਸਿਖਰ ਹਨ ਇਹ ਬਾਹਰ ਵੱਲ ਨੂੰ ਹਨ। ਇਸ ਨੂੰ ਅਸੀਂ ਇੰਗਲਿਸ਼ ਵਿੱਚ ਕਨਵੈਕਸ ਵੀ ਕਹਿੰਦੇ ਹਾਂ। ਕੀ ਹੈ, ਕਨਵੈਕਸ। ਤੇ ਦੂਸਰਾ ਹੁੰਦਾ ਜੋ ਸਾਡੇ ਕੋਲ ਉਹ ਹੈ ਅਵਤਲ ਬਹੁਭੁਜ। ਅਵਤਲ ਬਹੁਭੁਜ ਦੇਖਦੇ ਹਾਂ ਅਸੀਂ ਕਿਵੇਂ ਹੁੰਦਾ। ਮੰਨ ਲਓ ਇੱਥੋਂ ਸ਼ੁਰੂ ਕਰਦਾ ਮੈਂ, 6 ਭੁਜੀ ਬਣਾਵਾਂਗੇ ਇਸ ਨੂੰ ਅਸੀਂ। ਇੱਕ ਭੁਜਾ, ਦੋ ਭੁਜਾ ਹੋ ਗਈਆਂ, ਤਿੰਨ ਭੁਜਾ, ਚਾਰ ਭੁਜਾ, ਪੰਜ ਭੁਜਾ ਤੇ 6 ਭੁਜਾ। ਅਵਤਲ ਇਹ ਕੀ ਹੈ ਸਾਡੇ ਕੋਲ, ਅਵਤਲ ਬਹੁਭੁਜ, ਜਾਂ ਇਸ ਨੂੰ ਅਸੀਂ ਕਨਕੇਵ ਵੀ ਕਹਿੰਦੇ ਹਾਂ। ਇੰਗਲਿਸ਼ ਵਿੱਚ ਅਸੀਂ ਇਸ ਨੂੰ ਕਨਕੇਵ ਪੋਲੀਗਨ ਕਹਿੰਦੇ ਹਾਂ, ਇਸ ਨੂੰ ਕਨਵੈਕਸ ਪੋਲੀਗਨ ਕਹਿੰਦੇ ਹਾਂ ਔਰ ਇਹ ਸਾਡੇ ਕੋਲ ਪੰਜਾਬੀ ਦੇ ਵਿੱਚ ਇਸ ਨੂੰ ਉੱਤਲ ਬਹੁਭੁਜ ਕਹਿੰਦੇ ਹਾਂ। ਬਹੁਭੁਜ, ਉੱਤਲ ਬਹੁਭੁਜ ਵਿੱਚ ਕੀ ਹੁੰਦਾ ਹੈ ਕਿ ਇਸ ਦੇ ਸਾਰੇ ਦੇ ਸਾਰੀਆਂ ਜੋ ਭੁਜਾਵਾਂ ਹਨ ਜਾਂ ਅਸੀਂ ਸਿਖਰ ਦੇਖਦੇ ਹਾਂ ਇਹ ਬਾਹਰ ਵੱਲ ਨੂੰ ਨਿਕਲੇ ਹੋਏ ਹਨ, ਜਦੋਂ ਕਿ ਅਵਤਲ ਦੇ ਵਿੱਚ ਕੀ ਹੈ ਕਿ ਅੰਦਰ ਵੱਲ ਨੂੰ ਝੁਕੇ ਹੋਏ ਹਨ। ਤਾਂ ਅਸੀਂ ਕੀ ਸਮਝਿਆ ਇਸ ਜਗ੍ਹਾ ਤੋਂ ਕਿ ਜਿਹੜਾ ਸਾਡਾ ਪਹਿਲਾ ਕੇਸ, ਯਾਨੀ ਕਿ ਜੇਕਰ ਅਸੀਂ ਉੱਤਲ ਦੀ ਕੇਸ ਗੱਲ ਕਰੀਏ ਤਾਂ ਇਸ ਦੇ ਜੋ ਬਾਹਰੀ ਕੋਣ ਹਨ ਉਹ ਕੀ ਹੋਣਗੇ, ਸਾਰੇ ਦੇ ਸਾਰੇ ਉਹਨਾਂ ਦਾ ਜੋੜ ਕੀ ਹੋਏਗਾ 360। ਇਹ ਮੈਂ ਬਣਾ ਰਿਹਾ, ਇਹ ਸਾਰੇ ਬਾਹਰੀ ਕੋਣਾਂ ਦਾ ਜੋੜ ਕੀ ਹੋਏਗਾ 360 ਡਿਗਰੀ। ਇਹ ਸਾਡੇ ਕੋਲ ਕੀ ਹੈ 6 ਭੁਜ ਹੈ, ਤਾਂ ਇਸ ਦੇ ਬਾਹਰੀ ਕੋਣ ਕਿਹੜੇ ਆ ਗਏ ਸਾਡੇ ਕੋਲ, ਇਹ ਵਾਲੇ ਸਾਰੇ ਬਾਹਰੀ ਕੋਣ ਨੇ, 1 2 3 4 5 ਤੇ 6। ਤਾਂ ਇਹਨਾਂ ਸਾਰਿਆਂ ਦਾ ਜੋੜ ਕੀ ਹੋਏਗਾ 360 ਡਿਗਰੀ।